ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਸਜੇ ਬੈਠੇ ਗੁਰੂ ਪਿਆਰਿਓ, ਅੱਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਬੈਠ ਕੇ ਖਾਲਸੇ ਦੀ ਆਣ ਤੇ ਸ਼ਾਨ ਦੇ ਪ੍ਰਤੀਕ, ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਬੜੀ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨੂੰ ਪਰਸਰੇ ਆ। ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ। ਆਪ ਸੰਗਤਾਂ ਸਵੇਰ ਤੋਂ ਹੀ ਸ਼ਬਦ ਕੀਰਤਨ ਦੇ ਰਾਹੀਂ, ਗੁਰਮਤਿ ਵਿਚਾਰਾਂ ਦੇ ਰਾਹੀਂ, ਢਾਡੀ ਵਾਰਾਂ ਦੇ ਰਾਹੀਂ ਸਤਿਗੁਰੂ ਦਾ ਜਸ ਸਰਵਣ ਕਰ ਰਹੇ ਹੋ। ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ। ਆਓ ਕੁਝ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਸਿੱਖਿਆ ਨੂੰ ਸਮਝੀਏ, ਇਤਿਹਾਸ ਨੂੰ ਸਮਝੀਏ। ਜਿੰਨੀ ਵੀ ਸੰਗਤ ਬੈਠੀ ਹੈ, ਰਸਨਾ ਨੂੰ ਕਰੋ ਪਵਿੱਤਰ, ਅਸੀਸ ਬਖਸ਼ੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ, ਵੱਡੇ ਭਾਗ ਹਨ। ਹੋਲਾ ਮਹੱਲਾ ਸਤਿਗੁਰੂ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਬੈਠ ਕੇ ਸਤਿਗੁਰੂ ਦੀ ਸਿੱਖਿਆ ਨੂੰ ਸਮਝਣ ਦੇ ਲਈ ਬੜੀ ਦੂਰੋਂ ਦੂਰੋਂ ਆਏ ਆ। ਇੱਕ ਬੇਨਤੀ ਕਰਾਂ, ਜਦੋਂ ਗੁਰੂ ਦੀ ਗੋਦ ਦੇ ਵਿੱਚ ਆਈਏ ਤੇ ਚੇਤਾ ਰੱਖਿਓ, ਕਿਸੇ ਦਾ ਸਫ਼ਰ 2 ਘੰਟੇ ਆ, ਕਿਸੇ ਦਾ ਸਫ਼ਰ 4 ਘੰਟੇ ਆ, ਕਿਸੇ ਦਾ ਸਫ਼ਰ 10 ਘੰਟੇ ਵੀ ਆ। ਇੰਨਾ ਕੁ ਐਨਾਲਿਸਿਸ ਕਰਕੇ ਜਾਇਓ, ਇੰਨਾ ਕੁ ਸੋਚ ਕੇ ਜਾਇਓ। 10 ਘੰਟੇ ਦੂਰੋਂ ਚੱਲ ਕੇ ਆਏ ਆ, ਜਿੰਦੇ ਕੋਲ ਆਏ ਆ ਉਹਦੇ ਕੋਲ 10 ਮਿੰਟ ਬੈਠੇ ਵੀ ਆ ਕਿ ਨਹੀਂ ਬੈਠੇ। ਇਹ ਮਨ ਦੇ ਵਿੱਚ ਭਾਵਨਾ ਸਾਡੇ ਹੈ ਕਿ ਨਹੀਂ ਹੈ ਕਿ ਦੁਨੀਆ ਦੇ ਵਾਂਗੂ ਕੇਵਲ ਤੇ ਕੇਵਲ ਸ਼ੁਗਲ ਮੇਲਾ, ਕੇਵਲ ਤੇ ਕੇਵਲ ਬਾਹਰੀ ਤੌਰ ਤੇ ਆਏ, ਕੇਵਲ ਤੇ ਕੇਵਲ ਘੁੰਮ ਲਿਆ, 2-4 ਦਿਨ ਚਲੇ ਗਏ। ਸਤਿਗੁਰੂ ਦੀ ਗੋਦ ਦੇ ਵਿੱਚ ਆਣਾ, ਮਹੱਲਾ ਆਪਾਂ ਮਨਾਉਣ ਆਏ ਆ। ਜਿੰਨੀ ਸੰਗਤ ਬੈਠੀ ਹੈ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਕੇ ਅਰਦਾਸ ਕਰੋ, ਸਤਿਗੁਰੂ ਕਿਰਪਾ ਕਰੋ, ਤੇਰੇ ਚਰਨਾਂ ਦੇ ਵਿੱਚੋਂ ਮਜੀਠ ਦਾ ਰੰਗ ਸਾਡੀ ਜ਼ਿੰਦਗੀ ਦੇ ਵਿੱਚ ਚੜ ਜਾਵੇ। ਐਦਾਂ ਦਾ ਰੰਗ ਚੜੇ ਕਿ ਅਖੀਰਲੇ ਸਵਾਸਾਂ ਤੱਕ ਸਤਿਗੁਰੂ ਤੇਰਾ ਸਿਮਰਨ, ਤੇਰੀ ਬੰਦਗੀ, ਤੇਰੀ ਸਿੱਖਿਆ ਦੇ ਉੱਤੇ ਤੁਰੇ ਰਹੀਏ। ਸਾਡੀ ਜ਼ਿੰਦਗੀ ਦੇ ਵਿੱਚੋਂ ਕਦੇ ਮਜੀਠ ਦਾ ਰੰਗ ਖਤਮ ਨਾ ਹੋ ਸਕੇ। ਹੋਵੇਗਾ ਤਾਂ ਜਦੋਂ ਗੁਰੂ ਦੁਆਰਾ ਹੋਏ, ਸੋਝੀ ਪਾਏ ਸੀ, ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਬੈਠੇ ਆ। ਸਤਿਗੁਰੂ ਕੋਲੋਂ ਸੋਝੀ ਲੈ ਕੇ ਘਰ ਦੇ ਵਿੱਚ ਜਾਈਏ। ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ। ਸਾਡੀ ਜ਼ਿੰਦਗੀ ਦੇ ਵਿੱਚ ਵੀ ਕੁਝ ਇਸ ਤਰੀਕੇ ਦੀ ਅਵਸਥਾ ਜਿਹੜੀ ਹੈ, ਸਾਡਾ ਜੀਵਨ ਵੀ ਇਦਾਂ ਦਾ ਬਣ ਜਾਵੇ। ਸਤ ਸੰਗਤ, ਕਲਗੀਧਰ ਪਾਤਸ਼ਾਹ ਮਹਾਰਾਜ ਸਿੱਖਾਂ ਨੂੰ ਬੜਾ ਪਿਆਰ ਕਰਦੇ ਆ। ਆਪ ਸੰਗਤ ਦੇ ਵਿੱਚ ਬੈਠੇ ਹੋ, ਮਨ ਦੇ ਵਿੱਚ ਇੱਕ ਭਾਵਨਾ ਲੈ ਕੇ ਰੱਖਿਓ ਵੀ ਸਤਿਗੁਰੂ ਸਾਡੇ ਨਾਲ ਵੀ ਉਦਾਂ ਦਾ ਪਿਆਰ ਕਰਨ। ਪਿਆਰ ਕਿੱਦਾਂ ਦਾ ਕਰਦੇ? ਆਪਾਂ ਰੰਗ ਦੇ ਉੱਤੇ ਹੀ ਤੁਰਾਂਗੇ, ਸਾਰਾ ਇਤਿਹਾਸ ਵਾਚਾਂਗੇ। ਸਤਿਗੁਰੂ ਕਹਿੰਦੇ ਪਿਆਰ ਇਦਾਂ ਦਾ, ਤੂੰ ਗੁਰੂਦੁਆਰੇ ਆ, ਤਨ ਕਰਕੇ ਨਹੀਂ ਮਨ ਕਰਕੇ ਆ। ਸਤਿਗੁਰੂ ਦੇ ਕੋਲ ਆ ਕੇ ਇੱਕ ਚੀਜ਼ ਭੇਟਾ ਕਰ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਇੱਕ ਹਕੀਮ ਡਾਕਟਰ ਹਰਿੰਦਰ ਮਹਿਬੂਬ, ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕੀਤਾ
ਔਰੰਗਜ਼ੇਬ ਨੇ ਭੇਜਿਆ। ਦੇਖੋ ਆਇਆ ਕਿਹੜੇ ਕੰਮ ਸੀ ਆਨੰਦਪੁਰ ਸਾਹਿਬ। ਔਰੰਗਜ਼ੇਬ ਨੇ ਭੇਜਿਆ, ਤੂੰ ਸੂਹੀਆ ਬਣ ਕੇ ਜਾ ਤੇ ਜਿੰਨੀਆਂ ਖਬਰਾਂ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੀਆਂ ਉਹ ਸਾਰੀਆਂ ਲਿਖ ਲਿਖ ਕੇ ਮੇਰੇ ਤੱਕ ਪਹੁੰਚਾ। ਨਾਲ ਕੁਝ ਬੰਦੇ ਭੇਜੇ, ਇੱਕ ਜੋੜਾ ਵੀ ਇਹਦੇ ਨਾਲ। ਆਨੰਦਪੁਰ ਸਾਹਿਬ ਦੇ ਇਲਾਕੇ ਦੇ ਇਰਦ ਗਿਰਦ ਉਹ ਆਸੇ-ਪਾਸੇ ਕਿਤੇ ਟਿਕਾਣਾ ਕਰਕੇ ਰਹਿਣ ਲੱਗ ਪਏ। ਜਿਹੜਾ ਜੋੜਾ ਆਇਆ ਏ ਉਹਦੀ ਇਹਨੇ ਡਿਊਟੀ ਲਾ ਦਿੱਤੀ, ਨਾਲੇ ਤਾਂ ਬਾਗਬਾਨੀ ਕਰੋ ਬਗੀਚੇ ਦੇ ਵਿੱਚ, ਨਾਲੇ ਤੁਸੀਂ ਸੰਗਤ 'ਚ ਜਾਇਆ ਕਰੋ, ਬੈਠਿਆ ਕਰੋ, ਉੱਥੇ ਵਿਚਰੋ, ਉੱਥੇ ਦੇਖੋ ਕੀ ਕੁਝ ਹੋ ਰਿਹਾ ਏ। ਇੱਕ ਇੱਕ ਗੱਲ ਜਿਹੜੀ ਉਹ ਸਾਡੇ ਤੱਕ ਪਹੁੰਚਾਓ। ਹੁਣ ਕਮਾਲ ਦੀ ਗੱਲ ਏ, ਆਏ ਤਾਂ ਉਹ ਕੇਵਲ ਤੇ ਕੇਵਲ ਸੂਹੀਏ ਬਣ ਕੇ ਖਬਰਾਂ ਲੈਣ ਲਈ, ਪਰ ਜਦੋਂ ਸੱਚੀ ਗੁਰੂ ਦਰਬਾਰ ਦੇ ਵਿੱਚ ਆਉਂਦੇ ਆ ਤੇ ਜਿਹੜੀ ਮਨ ਦੇ ਵਿੱਚ ਭਾਵਨਾ ਲੈ ਕੇ ਆਏ ਉਹ ਭਾਵਨਾ ਖਤਮ ਹੁੰਦੀ ਜਾ ਰਹੀ ਆ। ਰੋਜ਼ਾਨਾ ਆਉਂਦੇ ਨੇ ਤੇ ਗੁਰੂ ਦੀ ਸੰਗਤ ਦਾ ਰੰਗ ਜਿਹੜਾ ਏ ਉਹ ਚੜ੍ਹਨਾ ਸ਼ੁਰੂ ਹੋ ਗਿਆ, ਸ਼ਬਦ ਦਾ ਰੰਗ ਚੜ੍ਹਨਾ ਸ਼ੁਰੂ ਹੋ ਗਿਆ। ਲਿਖ ਕੇ ਤਾਂ ਇਹ ਜਾਣਾ ਸੀ ਕਿ ਅਸੀਂ ਆਹ ਖਾਮੀ ਦੇਖ ਕੇ ਆਏ ਆ, ਉਲਟਾ ਇੱਥੋਂ ਜਿਹੜਾ ਕੁਝ ਵੀ ਦੇਖਦੇ ਆ ਉਹ ਤਾਰੀਫਾਂ ਤੇ ਤਾਰੀਫਾਂ ਜਾ ਕੇ ਹਕੀਮ ਨੂੰ ਦੱਸੀ ਜਾਂਦੇ ਆ, ਬਈ ਉੱਥੇ ਤਾਂ ਚੰਗੇ ਕੰਮ ਹੋ ਰਹੇ, ਕੋਈ ਮਾੜਾ ਕੰਮ ਹੀ ਨਹੀਂ ਹੋ ਰਿਹਾ, ਉੱਥੇ ਤਾਂ ਕਮਾਲ ਹੋਈ ਜਾ ਰਹੀ ਆ। ਇੱਥੋਂ ਤੱਕ ਸੀਮਤ ਨਹੀਂ, ਹਕੀਮ ਦੇ ਉੱਤੇ ਵੀ ਸੰਗਤ ਦਾ ਅਸਰ ਹੋਣਾ ਸ਼ੁਰੂ ਹੋ ਗਿਆ। ਹਕੀਮ ਨੇ ਇੱਕ ਦਿਨ ਆਪ ਦੇਖਿਆ, ਕੀ ਦੇਖਿਆ ਸੁਣਿਓ, ਬਈ ਗੁਰੂ ਕਿੰਨਾ ਸਿੱਖਾਂ ਨੂੰ ਪਿਆਰ ਕਰਦੇ ਆ। ਕਿਹੜੇ ਸਿੱਖਾਂ ਨੂੰ ਪਿਆਰ ਕਰਦੇ? ਜਿਹੜੇ ਵਾਕਈ ਗੁਰੂ ਦੇ ਸ਼ਬਦ ਦੇ ਉੱਤੇ, ਗੁਰੂ ਦੀ ਸਿੱਖਿਆ ਦੇ ਉੱਤੇ ਤੁਰਦੇ ਨੇ। ਇਹ ਗੱਲ ਚੇਤਾ ਰੱਖਿਓ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਹੜੇ ਇਸ ਮਾਰਗ ਤੇ ਤੁਰਦੇ, ਚੇਤਾ ਰੱਖਿਓ, ਗੁਰੂ ਦਾ ਪਿਆਰ ਨਹੀਂ ਲੈ ਸਕਦੇ। ਮੱਥਾ ਇੱਥੇ ਟੇਕਿਆ ਜੀ, ਮਨ 'ਚ ਭਾਵਨਾ ਹੀ ਨਹੀਂ ਹੈ। ਅਰਦਾਸ ਇੱਥੇ ਕੀਤੀ ਏ, ਥਾਂ ਥਾਂ ਤੇ ਜਾ ਕੇ ਸਿਰ ਝੁਕਾ ਦਿੰਨੇ ਆ, ਗੁਰੂ ਦਾ ਪਿਆਰ ਨਹੀਂ। ਗੁਰੂ ਦਾ ਪਿਆਰ ਤਦ ਜੇ ਵਾਕਈ ਮਨ ਵਿੱਚ ਸਤਿਗੁਰ ਕੇ ਪਾਸ। ਉਹਨੇ ਕੌਤਕ ਦੇਖਿਆ, ਇੱਕ ਸਿੱਖ ਚੜ੍ਹਾਈ ਕਰ ਗਿਆ, ਕਲਗੀਧਰ ਨੇ ਉਹਦਾ ਸੀਸ ਚੁੱਕਿਆ, ਆਪਣੀ ਛਾਤੀ ਦੇ ਨਾਲ ਲਾਇਆ ਹੋਇਆ। ਬੜਾ ਹੈਰਾਨ ਏ, ਕਹਿੰਦਾ ਸਿੱਖ ਚੜ੍ਹਾਈ ਕਰ ਗਿਆ ਪਰ ਸੀਸ ਕਲਗੀਧਰ ਨੇ ਆਪਣੀ ਗਲਵੱਕੜੀ 'ਚ ਲਿਆ ਹੋਇਆ ਏ, ਛਾਤੀ ਨਾਲ ਲਾਇਆ ਹੋਇਆ। ਕਾਰਨ ਗੁਰੂ ਦੇ ਸਿੱਖ ਦਾ ਜੀਵਨ ਇਕੱਲਾ ਸੀ। ਮਾਫ ਕਰ ਦੇਣਾ, ਮੈਂ ਧਰਮ ਦੀ ਗੱਲ ਨਹੀਂ ਕਰਨੀ ਇੱਥੇ, ਧਰਮ ਸਾਰੇ ਸਤਿਕਾਰਯੋਗ ਨੇ, ਪਰ ਜਿੱਥੇ ਜ਼ਬਰ ਆਵੇ ਉਹ ਕਹਿਣਾ ਗਲਤ ਨਹੀਂ ਹੁੰਦਾ। ਕੱਲਾ ਸੀ, ਪਹਾੜੀਆਂ ਦੇ ਹੱਥ ਵਿੱਚ ਆ ਗਿਆ, ਉਹਨਾਂ ਨੇ ਕਾਬੂ ਕਰ ਲਿਆ। ਉਹਨਾਂ ਨੇ ਧੱਕੇ ਨਾਲ ਬੁੱਤ ਨੂੰ ਮੱਥਾ ਟਿਕਾਉਣ ਦੀ ਕੋਸ਼ਿਸ਼ ਕੀਤੀ, ਬੜਾ ਜ਼ੋਰ ਲਾ ਲਿਆ, ਪਰ ਗੁਰੂ ਦਾ ਸਿੱਖ ਡੋਲਿਆ ਨਹੀਂ। ਜ਼ਖਮ ਬੜੇ ਕਰ ਦਿੱਤੇ, ਬਾਹਾਂ ਬੰਨ ਦਿੱਤੀਆਂ, ਹੱਥ ਬੰਨ ਦਿੱਤੇ। ਉਹ ਕਹਿੰਦਾ ਮੈਂ ਮੱਥਾ ਨਹੀਂ ਟੇਕਣਾ ਕੇਵਲ ਗੁਰੂ ਨੂੰ ਛੱਡ ਕੇ ਆਸੇ ਪਾਸੇ। ਅਖੀਰ 'ਚ ਕਹਿੰਦੇ ਜੇ ਮੱਥਾ ਨਹੀਂ ਟੇਕਣਾ ਤੇ ਜ਼ਹਿਰ ਦਾ ਪਿਆਲਾ ਤੇਰੇ ਮੂੰਹ ਨੂੰ ਲਾ ਦਿੰਨੇ ਆ। ਜਿੱਦਾਂ ਹੀ ਜ਼ਹਿਰ ਦਾ ਪਿਆਲਾ ਮੂੰਹ ਨੂੰ ਲਾਇਆ, ਕਲਗੀਧਰ ਦਾ ਨਾਂ ਲੈ ਕੇ ਉਹ ਜ਼ਹਿਰ ਦਾ ਪਿਆਲਾ ਛਕ ਗਿਆ, ਸ਼ਹੀਦ ਹੋ ਗਿਆ। ਪਰ ਚੇਤਾ ਰੱਖਿਓ, ਉਹਨੇ ਸੀਸ ਨਹੀਂ ਕਿਸੇ ਅੱਗੇ ਝੁਕਾਇਆ ਗੁਰੂ ਨੂੰ ਛੱਡ ਕੇ। ਇਹ ਅਵਸਥਾ ਹੁੰਦੀ। ਇਸ ਕਰਕੇ ਹਕੀਮ ਆਇਆ ਤਾਂ ਸੂਹੀਆ ਬਣ ਕੇ ਸੀ, ਪਰ ਜਦੋਂ ਇੰਨਾ ਪਿਆਰ ਦੇਖਿਆ ਗੁਰੂ ਦੇ ਚਰਨਾਂ ਦਾ ਭੌਰਾ ਬਣ ਕੇ ਬੈਠ ਗਿਆ। ਗੁਰਸਿੱਖੋ, ਕਲਗੀਧਰ ਪਾਤਸ਼ਾਹ ਦੀ ਸ਼ਰਨ 'ਚ ਆਇਆ, ਅਰਦਾਸ ਕਰੋ ਸਤਿਗੁਰੂ। ਦੁਨੀਆ ਦੇ ਵਿੱਚ ਦੋ ਰੰਗ ਨੇ ਜਿਹਨੂੰ ਸਤਿਗੁਰੂ ਕਹਿੰਦੇ, ਇੱਕ ਕਸੁੰਬੇ ਦਾ ਰੰਗ ਆ ਜੀ, ਇੱਕ ਮਜੀਠ ਦਾ ਰੰਗ ਆ। ਹੋਲਾ ਮਹੱਲਾ ਏ, ਹੋਲੇ ਮਹੱਲੇ ਦਾ ਇਤਿਹਾਸ ਭਾਈ ਸਾਹਿਬ ਨੇ ਸਰਵਣ ਕਰਾਤਾ 10 ਮਿੰਟਾਂ 'ਚ, ਬਹੁਤ ਕੁਝ। ਮੈਂ ਹੁਣ ਰੰਗ ਵਾਲੇ ਪਾਸੇ ਤੁਰ ਪਵਾਂ। ਕਸੁੰਬੇ ਦਾ ਰੰਗ ਸਤਿਗੁਰ ਕਹਿੰਦੇ, ਚੇਤਾ ਰੱਖਿਓ 4 ਦਿਨ ਦੀ ਖੇਡ ਏ। ਮਨ ਮੁਖ ਰੰਗ ਕੁਸੁੰਬ ਹੈ ਕਚੂਆ, ਜਿਉ ਕੁਸਮ 4 ਦਿਨ ਚਾਗਾ। ਖਿੰਨ ਮੈਂ ਬਿਨ ਸਜਾਏ ਪ੍ਰਤਾਪੇ, ਡੰਡ ਧਰਮ ਰਾਏ ਕਾ ਲਾਗਾ। ਇਹ 4 ਦਿਨ ਦੀ ਖੇਡ ਹੈ ਜੀ, ਕਸੁੰਬੇ ਦਾ ਰੰਗ। ਆ 4 ਦਿਨ ਖੁਸ਼ੀ ਹੁੰਦੀ ਏ, 4 ਦਿਨ ਦੀ ਗੱਲ ਆ। ਅਗਲੀ ਪੰਕਤੀ ਸੁਣਿਓ, ਹੋਲਾ ਮਹੱਲਾ ਮਨਾਉਣ ਆਇਆ, ਐਸ ਧਰਤੀ ਤੋਂ ਅਸੀਂ ਕਿਹੜਾ ਰੰਗ ਲੈ ਕੇ ਜਾਣਾ। ਸੁਣਿਓ, ਸਤਿਗੁਰ ਗੁਰਬਾਣੀ 'ਚ ਕਹਿੰਦੇ, ਗੁਰਸਿੱਖਾ ਸਤ ਸੰਗਤ ਪ੍ਰੀਤ ਸਾਧ ਅਤ ਗੂੜੀ, ਜਿਉ ਰੰਗ ਮਜੀਠ ਬਹੁ ਲਾਗਾ।
ਆ ਸੰਗਤ 'ਚ ਆ ਕੇ ਮਜੀਠ ਦਾ ਰੰਗ ਲੱਗ ਗਿਆ, ਐਦਾਂ ਦਾ ਰੰਗ ਚੜਿਆ ਤੇਰੇ ਕੱਪੜੇ ਪਾੜ ਜਾਣ ਤਾਂ ਵੀ ਨਹੀਂ ਉਤਰਿਆ, ਤੇਰੇ ਸਰੀਰ ਰੂਪੀ ਚੰਮ ਰੂਪੀ ਕੱਪੜੇ ਪਾੜ ਜਾਣ। ਗੁਰਸਿੱਖੋ ਕਹਿਣਾ ਸੌਖਾ ਏ, ਭਾਈ ਮਤੀ ਦਾਸ ਦੇ ਸਿਰ ਦੇ ਉੱਤੇ ਆ ਰਹਾ ਏ, ਇੱਕ ਜਲਾਦ ਅੱਗੇ ਆ ਇੱਕ ਪਿੱਛੇ ਆ, ਇੱਛਾ ਪੁੱਛੀ ਜਾਂਦੀ ਏ। ਭਾਈ ਮਤੀ ਦਾਸ ਕਹਿੰਦੇ ਆ ਅਖੀਰਲੇ ਸਵਾਸ ਤੱਕ ਮੇਰਾ ਮੂੰਹ ਮੇਰੇ ਗੁਰੂ ਵੱਲ ਹੋਵੇ। ਅੱਜ ਸਾਡੇ ਉੱਤੇ ਰੰਗ ਕਿਹੜਾ ਹੈ? ਪੁੱਤ ਦਾ ਵਿਆਹ ਹੁੰਦਾ ਹੈ, ਕਸੁੰਬੇ ਦਾ ਰੰਗ ਚੜਿਆ, ਦੁਨੀਆ ਦੇ ਸਾਰੇ ਕਰਮ ਕਾਂਡ ਅਸੀਂ ਕਰਦੇ ਆ, ਸਾਰੇ ਅਡੰਬਰ ਵਿਖਾਵੇ ਅਸੀਂ ਕਰਦੇ ਆ। ਇਹ ਕਸੁੰਬੇ ਦਾ ਰੰਗ ਆ, ਕਿਹੜਾ ਸਾਡੇ ਉੱਤੇ ਆ ਰਾਜ ਲੱਗਾ ਹੋਇਆ ਜੀ ਸੀਸ ਉੱਤੇ। ਭਾਈ ਮਤੀ ਦਾਸ ਆਖਰੀ ਇੱਛਾ ਕਹਿੰਦੇ ਮੇਰਾ ਮੂੰਹ ਮੇਰੇ ਮੁਰਸ਼ਿਦ ਮੇਰੇ ਗੁਰੂ ਵੱਲ ਰਹਿਣਾ ਚਾਹੀਦਾ। ਉਹ ਸਰੀਰ ਦੇ ਦੋ ਫਾੜ ਹੋ ਗਏ। ਚੇਤਾ ਰੱਖਿਓ ਮੁਖ ਗੁਰੂ ਤੋਂ ਪਾਸੇ ਨਹੀਂ ਆਇਆ ਹੋਇਆ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਸਤਿਗੁਰ ਕਹਿੰਦੇ ਗੁਰਸਿੱਖਾ ਤੇਰੇ ਸਰੀਰ ਟੋਟੇ ਟੋਟੇ ਹੋ ਜਾਵੇ। ਜਿਹਨੂੰ ਮਜੀਠ ਦਾ ਰੰਗ ਚੜ ਜਾਂਦਾ ਨਾ ਗੁਰਸਿੱਖੋ, ਉਹ ਦੁਬਾਰਾ ਉਤਰਦਾ ਨਹੀਂ। ਸਤ ਸੰਗਤ ਪ੍ਰੀਤ ਸਾਧ ਅਤ ਗੂੜੀ, ਜਿਉ ਰੰਗ ਮਜੀਠ ਬਹੁ ਲਾਗਾ, ਕਾਇਆ ਕਾਪਰ ਚੀਰ ਬਹੁ ਫਾਰੈ, ਹਰ ਰੰਗ ਨਾ ਲਹਿ ਸੁਭਾਗਾ। ਹਰੀ ਦਾ ਰੰਗ ਨਹੀਂ ਉਤਰਦਾ ਗੁਰੂ ਦੇ ਸਿੱਖ ਦੇ ਜੀਵਨ ਦੇ ਵਿੱਚੋਂ। ਚੇਤਾ ਰੱਖਿਓ ਅਸੀਂ ਤੁਰਦੇ ਆ, ਹਰੀ ਦਾ ਰੰਗ ਤਾਂ ਵੀ ਨਹੀਂ ਉਤਰਨਾ ਚਾਹੀਦਾ। ਅਸੀਂ ਗੱਲਬਾਤ ਕਰਦੇ ਆ, ਹਰੀ ਦਾ ਰੰਗ ਤਾਂ ਵੀ ਨਹੀਂ ਉਤਰਨਾ ਚਾਹੀਦਾ। ਚਾਰ ਚੀਜ਼ਾਂ ਇਹ ਸਿੱਖ ਦੀ ਜ਼ਿੰਦਗੀ ਦੇ ਵਿੱਚ। ਇੱਕ ਗੁਰੂ ਦਾ ਸਿੱਖ ਆ, ਨੌਜਵਾਨ ਬੱਚੇ ਬੈਠੇ ਵੀਰ ਮੇਰੇ ਵਰਗੇ, 24 ਸਾਲ ਗੁਰੂ ਦੇ ਸਿੱਖ ਦੀ ਉਮਰ ਏ, ਪਰ ਮਜੀਠ ਦਾ ਰੰਗ ਦੇਖਿਓ ਕਿਦਾਂ ਦਾ ਚੜਿਆ। ਹੋਲਾ ਮਹੱਲਾ ਜਿਹੜੀ ਸਿੱਖਿਆ ਏ, ਉਹਦੀ ਮਾਂ ਨੂੰ ਕਿੱਦਾਂ ਚੜਿਆ ਹੋਇਆ, ਉਸ ਸਿੱਖ ਦੀ ਭੈਣ ਨੂੰ ਕਿੱਦਾਂ ਚੜਿਆ ਹੋਇਆ, ਉਸ ਸਿੱਖ ਦਾ ਜੀਵਨ ਕਿੱਦਾਂ ਰੰਗ ਚੜਿਆ ਹੋਇਆ। ਜਿਹੜਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਛਕਾਇਆ, ਖੰਡੇ ਬਾਟੇ ਦੀ ਪੌੜ ਦੇ ਕੇ ਕਿਹਾ ਸਿੱਖਾ ਚੇਤਾ ਰੱਖੀ ਇਹ ਕਿਰਪਾਨ ਨਾਲ ਕਿਰਪਾ ਵੀ ਕਰਨੀ ਏ, ਉੱਥੇ ਚੇਤਾ ਰੱਖੀ ਮਦਦ ਵੀ ਕਰਨੀ ਏ, ਲੋੜਵੰਦ ਦੀ ਸਹਾਇਤਾ ਵੀ ਕਰਨੀ। 24 ਸਾਲ ਦੀ ਉਮਰ ਏ। ਜਦੋਂ ਇੱਕ ਸਿੱਖ ਰਹੀਮ ਬਖਸ਼ ਇੱਕ ਮੁਸਲਮਾਨ ਸੱਜਣ ਆਇਆ, ਆ ਕੇ ਕਹਿੰਦਾ ਪੱਟੀ ਦਾ ਫੌਜਦਾਰ ਮੇਰੀ ਬੱਚੀ ਨੂੰ ਚੁੱਕ ਕੇ ਲੈ ਗਿਆ। ਮੈਂ ਸਰਕਾਰੇ ਦਰਬਾਰੇ ਪਹੁੰਚ ਕੀਤੀ, ਕਿਸੇ ਨੇ ਬਾਹ ਨਹੀਂ ਫੜੀ। ਇੱਕ ਗੁਰੂ ਨਾਨਕ ਦਾ ਘਰ ਪਤਾ ਲੱਗਾ, ਕੇਵਲ ਤੇਰਾ ਘਰ ਏ ਨਗਰ ਦੇ ਵਿੱਚ, ਕੱਲਾ ਘਰ ਏ, ਤੇ ਤੇਰੇ ਘਰ ਦੇ ਵਿੱਚ ਆਇਆ। ਸੱਚੀ ਗੱਲ ਏ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ ਖਾਲੀ ਨਾ ਮੋੜੀ। ਇਹ ਨੌਜਵਾਨ ਨੇ ਪ੍ਰਸ਼ਾਦਾ ਛਕਾਇਆ। ਬਾਬਾ ਦੀਪ ਸਿੰਘ ਹੋਣਾ ਦੇ ਜਥੇ ਨਾਲ ਜਾ ਕੇ ਗੱਲਬਾਤ ਕੀਤੀ, ਰਾਤੋਂ ਰਾਤ ਹਮਲਾ ਕੀਤਾ, ਪੱਟੀ ਦੇ ਫੌਜਦਾਰ ਨੂੰ ਹਰਾ ਕੇ ਬੱਚੀ ਨੂੰ ਛੁਡਾ ਕੇ ਸਲਮਾ ਬੱਚੀ ਦਾ ਨਾਂ ਲਿਆ ਕੇ ਬਾਪ ਦੇ ਹਵਾਲੇ ਕਰ ਦਿੱਤੀ। ਹਰਭਗਤ ਨਰੰਜਨੀ ਨੇ ਸ਼ਿਕਾਇਤ ਕੀਤੀ, ਸਿਪਾਹੀ ਗ੍ਰਿਫਤਾਰ ਕਰਨ ਆ ਗਏ। ਆ ਸੁਣਿਓ ਜਿਹਨੂੰ ਮਜੀਠ ਦਾ ਰੰਗ ਚੜਿਆ। ਜਿਹੜੀਆਂ ਮਾਵਾਂ ਨੇ ਬਚਪਨ ਤੋਂ ਹੀ ਬੱਚਿਆਂ ਨੂੰ ਜਪਜੀ ਸਾਹਿਬ ਦੀਆਂ ਲੋਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਇਤਿਹਾਸ ਪੜਾਉਣਾ ਸ਼ੁਰੂ ਕਰਤਾ, ਉਹਨਾਂ ਨੂੰ ਮਜੀਠ ਦਾ ਰੰਗ ਚੜਦਾ ਆ, ਦੁਨਿਆਵੀ ਰੰਗ ਨਹੀਂ ਚੜਦੇ ਉਹਨਾਂ ਨੂੰ ਜਿਹੜੇ ਅਸੀਂ ਪਾ ਦਿੱਤੇ ਤੇ ਇਹ 1 ਘੰਟੇ 2 ਘੰਟੇ 'ਚ ਖਤਮ ਹੋ ਗਏ। ਮਾਂ ਨੇ ਲੋਰੀ ਦਿੱਤੀ ਸੀ, ਅੱਜ ਪੁੱਤਰ ਖੇਤੀਬਾੜੀ ਕਰਨ ਗਿਆ ਏ, ਸ਼ਿਕਾਇਤ ਹੋਈ, ਸਿਪਾਹੀ ਗ੍ਰਿਫਤਾਰ ਕਰਨ ਆ ਗਏ। ਮਾਂ ਤੇਰੇ ਪੁੱਤਰ ਨੂੰ ਗ੍ਰਿਫਤਾਰ ਕਰਨ ਆਇਆ, ਹਕੂਮਤ ਦਾ ਬਾਗੀ ਹੋ ਗਿਆ ਏ। ਤੇ ਮਾਂ ਦੇਖੋ, ਮਾਂ ਕਹਿੰਦੀ ਪੁੱਤ ਨੂੰ ਗ੍ਰਿਫਤਾਰ ਕਰਨ ਆਇਓ, ਮੈਂ ਸੱਦਾ ਭੇਜਦੀ ਆ, ਪਹਿਲਾਂ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕੋ, ਪ੍ਰਸ਼ਾਦਾ ਤਿਆਰ ਹੋ ਰਿਹਾ। ਇਹ ਆ ਮਜੀਠ ਦਾ ਰੰਗ। ਪੁੱਤਰ ਦੀ ਗ੍ਰਿਫਤਾਰੀ ਲਈ ਆਇਆ, ਮਾਂ ਕਹਿੰਦੀ ਪ੍ਰਸ਼ਾਦਾ ਛਕੋ, ਮੈਂ ਸੱਦਾ ਭੇਜਦੀ ਆ। ਉਹ ਗ੍ਰਿਫਤਾਰ ਕਰਨ ਆਏ, ਮਾਂ ਪ੍ਰਸ਼ਾਦਾ ਛਕਾਰੀ। ਭਾਈ ਤਾਰੂ ਸਿੰਘ ਨੂੰ ਸੁਨੇਹਾ ਭੇਜਿਆ। ਭਾਈ ਤਾਰੂ ਸਿੰਘ 24 ਸਾਲ ਦੀ ਉਮਰੇ ਆਉਂਦੇ ਆ, ਗ੍ਰਿਫਤਾਰ ਹੋ ਜਾਂਦੇ ਆ। ਅੱਗੇ ਤੁਹਾਨੂੰ ਪਤਾ ਇਤਿਹਾਸ ਦਾ ਕਿ ਭਾਈ ਤਾਰੂ ਸਿੰਘ ਘਰੋਂ ਤੁਰਦੇ ਆ, ਮਾਂ ਦੇ ਉੱਤੇ ਇੰਨਾ ਕੁ ਮਜੀਠ ਦਾ ਰੰਗ ਚੜਿਆ ਏ, ਅੱਖਾਂ 'ਚ ਪਾਣੀ ਨਹੀਂ ਏ, ਕੋਈ ਅਫਸੋਸ ਨਹੀਂ, ਕੋਈ ਦੁੱਖ ਨਹੀਂ। ਭੈਣ ਨੂੰ ਚਾਹੇ ਕਿ ਮੇਰਾ ਪਹਿਲਾਂ ਪਿਤਾ ਸ਼ਹੀਦ ਹੋਇਆ ਏ, ਅੱਜ ਮੇਰਾ ਭਰਾ ਜਾ ਰਿਹਾ ਏ,
ਆਪਣੇ ਹੱਥੀ ਤੋਰਦੇ ਪਿਆ। ਇਹ ਆ ਮਜੀਠ ਦਾ ਰੰਗ ਕਿ ਜਿਹੜਾ ਹੁਕਮ ਦੇ ਵਿੱਚ ਰਹਿਣਾ ਪੈ ਜਾਵੇ ਸਿੱਖ ਨੂੰ, ਉਸ ਹੁਕਮ ਤੋਂ ਆਸੇ-ਪਾਸੇ ਨਹੀਂ ਹੋਣਾ। ਗੁਰੂ ਅਰਜਨ ਦੇਵ ਪਾਤਸ਼ਾਹ ਮਾਰੂ ਰਾਗ 'ਚ ਬਚਨ ਕਰਦੇ, ਸਿੱਖੋ ਚੇਤਾ ਰੱਖਿਓ, ਆਗਿਆ ਮੈਂ ਭੂਖ ਸੋਈ ਕਰ ਸੁਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ। ਭਾਈ ਤਾਰੂ ਸਿੰਘ ਗੁਰਸਿੱਖੋ ਚੇਤਾ ਰੱਖਿਓ, ਖੋਪੜੀ ਲੱਥਣ ਤੋਂ 21 ਦਿਨ ਤੱਕ ਜਿਉਂਦੇ ਰਹੇ, 22ਵੇਂ ਦਿਨ ਜਾ ਕੇ ਸ਼ਹੀਦ ਹੋਏ ਨੇ ਭਾਈ ਤਾਰੂ ਸਿੰਘ। ਪਰ ਇਹ 21 ਦਿਨ ਖੋਪੜੀ ਲੱਥੀਏ ਪਰ ਬਾਣੀ ਨਾਲ ਜੁੜੇ ਹੋਏ ਨੇ। ਆ ਇਹ ਮਜੀਠ ਦਾ ਰੰਗ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਦੋ ਤਰ੍ਹਾਂ ਦੇ ਭਗਤਾਂ ਦਾ ਜ਼ਿਕਰ ਆਉਂਦਾ, ਧਿਆਨ ਨਾਲ ਸੁਣਿਓ, ਸਮਾਂ ਸੀਮਤ, ਮੈਂ ਕਈ ਗੱਲਾਂ ਸਾਂਝੀਆਂ ਕਰਨੀਆਂ। ਇੱਕ 15 ਭਗਤ ਸਾਹਿਬਾਨ ਓਏ ਜਿਨ੍ਹਾਂ ਦੀ ਬਾਣੀ ਦਰਜਾ, ਇੱਕ ਭਗਤ ਓਏ ਜਿਨ੍ਹਾਂ ਦੇ ਨਾਮ ਤੋਂ ਸਿੱਖਿਆ ਦਿੱਤੀ ਆ। ਹੋਲੀ ਦੀ ਗੱਲ ਕਰਦੇ ਮੈਂ ਕੇਵਲ 1 ਮਿੰਟ ਦੇ ਵਿੱਚ। ਭਗਤ ਧਰੂ, ਭਗਤ ਪ੍ਰਹਿਲਾਦ ਦਾ ਜ਼ਿਕਰ ਆਂਦਾ ਹੋਲੀ ਦੇ ਨਾਲ ਕਿ ਉਹਦਾ ਪਿਤਾ ਹਰਨਾਕਸ਼। ਚੇਤਾ ਰੱਖਿਓ, ਹਰਨਾਕਸ਼ ਦਾ ਅੱਖਰੀ ਅਰਥ ਬੜਾ ਕਮਾਲ ਦਾ ਹੈ। ਹਰਨਾਕਸ਼ ਦਾ ਅੱਖਰੀ ਅਰਥ ਹੁੰਦਾ ਹਿਰਨ ਦੀਆਂ ਅੱਖਾਂ ਵਾਲਾ, ਹਰਨਾਕਸ਼। ਪਰ ਮਨ 'ਚ ਜਦੋਂ ਬੁੱਧੀ ਦਾ ਹੰਕਾਰ ਆ ਜਾਵੇ ਤੇ ਫਿਰ ਪਤਾ ਨਹੀਂ ਕੀ ਕੁਝ ਹੋ ਜਾਂਦਾ। ਚਲੋ ਇਹ ਮਿਥਿਹਾਸਕ ਘਟਨਾ ਆਪਾਂ ਸਿੱਖਿਆ ਲੈਣੀ। ਉਹ ਕਹਿੰਦਾ ਜਿੱਥੇ ਵੀ ਦੇਖਾਂ ਮੈਂ, ਮੇਰੇ ਪੜ੍ਹਾਈ ਸ਼ੁਰੂ ਕਰ ਦੋ, ਮੇਰਾ ਨਾਂ ਲੈਣਾ, ਜਲੇ ਹਰਨਾਕਸ਼ ਥਲੇ ਹਰਨਾਕਸ਼, ਇਹਾਂ ਹਰਨਾਕਸ਼ ਉਹਾਂ ਹਰਨਾਕਸ਼, ਸਭ ਕੁਝ। ਪਰ ਚੇਤਾ ਰੱਖਿਓ, ਜੇ ਗੁਰੂ ਗ੍ਰੰਥ ਸਾਹਿਬ ਸੱਚੇ ਮਹਾਰਾਜ ਪਾਤਸ਼ਾਹ ਦੀ ਪਾਵਨ ਬਾਣੀ 'ਚ ਬਚਨੇ ਸਾਰਾ ਜੰਗਲ ਸੜ ਜਾਵੇ, ਇੱਕ ਬੂਟਾ ਹਰਿਆ ਰਹਿ ਗਿਆ, ਉਹਨੇ ਫਿਰ ਜੰਗਲ ਨੂੰ ਹਰਿਆ ਭਰਿਆ ਕਰ ਦੇਣਾ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਓ ਬੂਟ ਰਿਓ ਰੀ। ਹਰਨਾਕਸ਼ ਦੇ ਸਮੇਂ ਸਾਰਾ ਕੁਝ ਸੜਿਆ ਪਿਆ ਏ, ਇੱਕ ਬੂਟਾ ਜੇ ਹਰਿਆ ਭਰਿਆ ਤੇ ਉਹ ਪ੍ਰਹਿਲਾਦ ਏ। ਤੇ ਪ੍ਰਹਿਲਾਦ ਉਹ ਆਪਣੇ ਬਾਪ ਦੇ ਵਿਰੁੱਧ ਖੜ ਗਿਆ, ਕਹਿੰਦਾ ਤੂੰ ਨਹੀਂ ਏ ਸਭ ਕੁਝ ਤੂੰ ਨਹੀਂ। ਆ 4 ਚੀਜ਼ਾਂ ਹੁੰਦੀਆਂ ਜੀ ਜਦੋਂ ਬੰਦੇ ਦੇ ਉੱਤੇ ਕੋਈ ਵਿਪਤਾ ਆਉਂਦੀ ਏ। ਜੇ ਉਹਨੂੰ ਆਸਰਾ ਲੈਣਾ ਹੋਵੇ ਤੇ ਆਸਰਾ ਲੈਣ ਲਈ ਪਹਿਲਾਂ ਮਾਂ ਕੋਲ ਜਾਂਦਾ ਹੈ। ਮਾਂ ਵੀ ਕਹਿ ਰਹੀ ਪੁੱਤਰ ਰੱਬ ਦਾ ਨਾਮ ਛੱਡ ਤੇ ਬਾਪੂ ਦਾ ਨਾਮ ਜਪ। ਦੂਜਾ ਜਾਂਦਾ ਹੈ ਰਾਜੇ ਕੋਲ, ਰਾਜਾ ਤਾਂ ਹੈ ਹੀ ਹੁੰਦਾ ਬਾਪ ਆ। ਤੀਜਾ ਜਾਂਦਾ ਹੈ ਉਹ ਆਪਣੇ ਉਸਤਾਦਾਂ ਕੋਲ, ਤੇ ਉਸਤਾਦ ਸੰਡਾ ਮਰਕਾ ਜਾਏ ਪੁਕਾਰੇ, ਉਹ ਪੁਕਾਰਦੇ ਪਏ ਨੇ ਵੀ ਤੂੰ ਛੱਡ ਰੱਬ ਦਾ ਨਾਮ ਤੇ ਤੂੰ ਆਪਦੇ ਪਿਤਾ ਦਾ ਨਾਮ ਜਪ। ਕਿਸੇ ਨੇ ਬਾਹ ਨਹੀਂ ਫੜੀ। ਚੌਥੇ ਨੰਬਰ ਤੇ ਅਖੀਰ ਦੇ ਵਿੱਚ ਕੇਵਲ ਤੇ ਕੇਵਲ ਵਾਹਿਗੁਰੂ ਨੂੰ ਚੇਤਾ ਕੀਤਾ। ਤੇ ਚੇਤਾ ਰੱਖਿਓ ਵਾਹਿਗੁਰੂ ਨੇ ਆ ਕੇ ਬਾਹ ਵੀ ਫੜੀ। ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣਾ ਹਾਰਾ। ਗੁਰਸਿੱਖੋ, ਭਗਤ ਪ੍ਰਹਿਲਾਦ ਦੇ ਉੱਤੇ ਅਨੇਕਾਂ ਸੰਕਟ ਆਏ, ਤੁਹਾਨੂੰ ਪਤਾ ਇਤਿਹਾਸ 'ਚ। ਪਾਣੀ 'ਚ ਸੱਟਿਆ, ਉੱਪਰੋਂ ਸੱਟ ਦਿੱਤਾ, ਰੁੱਖ ਤੋਂ ਸੱਟਿਆ, ਪਰ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਖੈਰ ਹੋਲਕਾ ਕਹਿੰਦੀ ਜੀ ਉਹਦੀ ਭੂਆ, ਮੈਨੂੰ 7 ਦਿਨ ਦਾ ਵਾਰ ਮਿਲਿਆ, ਆ ਕੱਪੜਾ ਮੇਰੇ ਉੱਤੇ ਪਾਓ, ਮੈਨੂੰ ਅੱਗ ਨਹੀਂ ਲੱਗੇਗੀ, ਇਹ ਸੜ ਜਾਵੇਗਾ। ਪਰ ਵਾਹਿਗੁਰੂ ਤੋਂ ਡਰੋ, ਕੰਮ ਉਲਟਾ ਹੋ ਗਿਆ। ਕੱਪੜਾ ਕਹਿੰਦੇ ਪ੍ਰਹਿਲਾਦ ਉੱਤੇ ਆ ਕੇ ਪੈ ਗਿਆ, ਉਹ ਸੜ ਗਈ ਤੇ ਜਿਹੜੀ ਸਵਾਹ ਸੀ ਉਹ ਲੋਕਾਂ ਨੇ ਉਡਾਣੀ ਸ਼ੁਰੂ ਕਰਤੀ। ਹੋਲੀ ਏਦਾਂ ਚੱਲ ਪਈ। ਖੈਰ ਜਦੋਂ ਵਰਨ ਵੰਡ ਹੋਈ, ਤਿਉਹਾਰਾਂ ਨੂੰ ਵੰਡਿਆ, ਇਹ ਸ਼ੂਦਰਾਂ ਨੂੰ ਦੇਤਾ, ਇਹਦੇ 'ਚ ਰੰਗ ਆ ਗਿਆ, ਕਾਲਾ ਤੇਲ ਮਲ ਦਿੰਦੇ ਸੀ ਅੱਗੇ ਅੱਖਾਂ ਦੇ ਵਿੱਚ, ਬੜਾ ਕੁਛ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਨੇ ਇੱਕ ਬੇਨਤੀ ਕਰਾਂ, ਗੁਰਸਿੱਖੋ ਬੈਠੇ ਹੋ ਬੜੇ ਪਿਆਰ ਨਾਲ ਸੁਣਦੇ ਪਏ ਹੋ, ਸਾਨੂੰ ਤਾਂ ਸਾਡੇ ਤਿਉਹਾਰਾਂ ਦਾ ਵੀ ਨਹੀਂ ਪਤਾ ਹੈਗਾ। ਸਾਡੇ ਤਿਉਹਾਰ ਕਿਹੜੇ ਆ? ਅਫਸੋਸ ਹੈ ਅਸੀਂ ਦੁਨੀਆ ਦੇ ਉਹ ਤਿਉਹਾਰਾਂ 'ਚ ਖੱਚਤ ਹੋ ਗਏ। ਇੱਕ ਦੇ ਘਰ ਦੁੱਖ ਹੈ ਤੇ ਇੱਕ ਦੇ ਘਰ 'ਚ ਭੰਗੜੇ ਪੈ ਰਹੇ ਨੇ। ਇਹ ਤਿਉਹਾਰ ਥੋੜਾ ਹੁੰਦੇ ਨੇ। ਤਿਉਹਾਰ ਉਹ ਹੁੰਦੇ ਆ ਜਿਹੜੇ ਸਰਬ ਸਾਂਝੇ ਮਨਾਏ ਜਾਣ। ਤਿਉਹਾਰ ਉਹ ਹੁੰਦੇ ਆ ਜਿਹੜੇ ਤਿਉਹਾਰਾਂ 'ਚੋਂ ਮਾਨਵਤਾ ਨੂੰ ਸੇਧ ਮਿਲੇ। ਤਿਉਹਾਰ ਉਹ ਹੁੰਦੇ ਆ ਜਿੰਦੇ ਨਾਲ ਜਿਹੜੇ ਡਿੱਗੇ ਹੋਏ ਨੇ ਅਧੋਗਤੀ ਦੀ ਡੂੰਗੀ ਖੱਡ ਦੇ ਵਿੱਚ, ਉਹਨਾਂ ਦੇ ਵਿੱਚ ਸੂਰਬੀਰਤਾ ਆ ਜੇ, ਬਹਾਦਰੀ ਆ ਜੇ, ਤਾਕਤ ਆ ਜਾਵੇ। ਤਿਉਹਾਰ ਹੁੰਦੇ। ਸਾਡੇ ਤਿਉਹਾਰ ਕਿਹੜੇ ਆ? ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ। ਮਾਫ ਕਰ ਦਿਓ, ਗੁਰੂ ਨਾਨਕ ਸਾਹਿਬ, ਕਲਗੀਧਰ ਪਾਤਸ਼ਾਹ ਮਹਾਰਾਜ ਤੇ ਗੁਰੂ ਅਰਜਨ ਸਾਹਿਬ ਮਹਾਰਾਜ, ਇਹ ਸਤਿਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਪਤਾ। ਬਾਕੀ ਗੁਰੂ ਸਾਹਿਬਾਨ ਦੇ ਸਾਨੂੰ ਪਤਾ ਹੀ ਨਹੀਂ। ਜੋਤੀ ਜੋਤ ਪੁਰਬ ਗੁਰੂ ਸਾਹਿਬਾਨ ਦੇ ਸ਼ਹੀਦੀ ਪੁਰਬ, ਇੱਥੇ ਵੀ ਉਹੀ ਗੱਲ ਆ।
गुरु नानक साहब का पता है, गुरु अर्जन पातशाह का पता है, गुरु तेग बहादुर पातशाह का पता है, कलगीधर पातशाह को पता है, बाकी गुरु साहबान का पता ही नहीं सानू। गुरसिखां दे शहीदी दिहाड़े जिन्होंने असीं अरदास च पढ़दे आ, जिन्हां सिंघां सिंघणियां ने धर्म हित सी दिते, बंद बंद कटाए, खोपड़ियां लुहाइयां, चरखियां ते चढ़े, आरियां नाल चराए, इन्हां दे शहीदी दिहाड़े मनाउणे आ। कुछ को पता है, बाकी सानू पता नहीं। खालसे दा साजना दिवस, विसाखी दा तिहार ते आ होला महला, ये आ साडे तिहार। असीं किहड़े पासे तुर पे? सच्चे पातशाह किरपा करन सानू समत आवे एक होले महल्ले की सिक्ख्या ही तुहाडे अगे रखनी, कुछ कु पक्ष रखने आ। होला महल्ला जिहड़ा मजीठ दा रंग है, सिक्खा तेरी शख्सी जीवन दे उत्ते भी आना चाहिए, तेरी रहनी दे उत्ते भी आना चाहिए। अज तू गुरुद्वारे आया है, आके मत्था टेकिया ते एक बचन कर, सतगुरु मैं तेरी शरण दे विच आया, ते शरण दे विच जिहड़ा सिख आ जांदा वो गुरु दी सिक्ख्या लैके जांदा। एक पंक्ति आपां मिल के गा लीए, पढ़ लीए, फिर आपां अगे देखिए। पिछे पिछे इन्हां पंक्तियां नूं पढ़ियो, संगत उच्ची आवाज़ च पढ़ियो। सतगुरु कलगीधर दी गोद च बैठे आनंद आऊगा। आयो शरण तुहारी, आयो शरण तुहारी, आयो सतगुर आयो शरण तुहारी, सतगुर आयो शरण तुहारी। मिलै सुख नाम हर शोभा, मिलै सुख नाम हर शोभा। चिंता लाहे हमारी, चिंता लाहे हमारी, चिंता लाहे। आयो शरण तुहारी, आयो शरण तुहारी, आयो शरण तुहारी, आयो शरण तुहारी, आयो। साध संगत अज कलगीधर पातशाह की शरण च आया, सुख लैना, शोभा चाहते हो ते इत्थे तहैया करके जाओ। कलगीधर पातशाह कहंदे आ जिंदगी दे विचों कर्म कांड कढ दे, तेरी जिंदगी च सुख आ जाएगा। केड़े केड़े? जागत जोत जपै निसबासुर, एक बिना मन नैक न आनै, पूर्ण प्रेम प्रतीत सजै ब्रत, गौर मणि मठ भूल न मानै, तीर्थ दान दया तप संजम, एक बिना नह एक पिछानै, पूर्ण जोत जगह घट मैं तब खालस ताहे न खालस जाने। खालसा बनाया। अज छड्डो, अज तहैया करो, बापू सामने बैठा है। जंतर मंतर तंत्र छड़ दिओ, शगना च भरोसा करना छड़ दिओ, थित्तां नूं मनना छड़ दिओ, राशियां नूं मनना छड़ दिओ, ग्रहां दे विचार छड़ दिओ, श्राद्धां मगर दौड़दे आ, श्राद्धां नूं छड़ दिओ। तुलसी जंज जंजू जिन्ने भी कर्म कांड करते हैं, अज सतगुरु की शरण दे विच आए हैं। सतगुरु ये सारे छड्डे, अज केवल ते केवल इको चीज लैनी है। सतगुरु तेरी शरण च आए हैं, खंडे बाटे की पौहड़ लैके जाना ते खंडे बाटे की पौहड़ लैके मैं इन्हां सारे कर्म कांडां तो मुक्त होके अपना जीवन स्वतंत्र करके अणख नाल जिंदगी बतीत करनी, अणख नाल इत्थों जाना। गल अणख दी, जदों गुरु दा सिख गुरु दा हो जांदा, फिर वो थां थां ते सिर नहीं झुकाउंदा। नहीं तो माफ कर दो, अज एक पदवी मिल जाती तो बंदा गुरु नूं भुल के थां थां ते मत्थे टेकने शुरू कर दिंदा। जिन्हों मजीठ दा रंग चढ़ गया, अणख सुनियो, बहादरी सुनियो। कलगीधर पातशाह महाराज हजूर साहब दे लागे आ, बहादुर शाह नाल एक नरभखी शेर आ गया जिन्हें तंग किया होया सी। बहादुर शाह दे खानदानी तलवारीए गए ने प्रहार के आ जाते आ। एक दिन बहादुर शाह गुरु गोबिंद सिंह पातशाह नूं कहंदा है, कहंदा मेरे योधे तां हार गए, मैं तुहाडे बारे सुनिया
कि तुसी शेरां दा शिकार कीता, अज साडे उत्ते कृपा करो। सतगुरु तुरन लगे, एक सिख उठिया। सिख कहंदा सतगुरु साडे हुंदियां तुसी जाओ, ये चंगा नहीं लगदा, आसीस दिओ। तुरन लगदा रोशन सिंह ते बहादुर शाह अपनी किरपान देने की कोशिश करदा, तलवार। कहंदा नहीं बहादुर शाह, तेरी किरपान तेरी तलवार नहीं चाहिदी, मैनू मेरे गुरु दी आसीस चाहिदी आ। आसीस चाहिदी, आसीस नू चेता रखियो, मैनू मेरे गुरु दी आसीस चाहिदी आ। ओ गया है रोशन सिंह, सतगुरु दी आसीस लैके समा पा के शेर नू मार के ते वापस आ गया। बहादुर शाह बड़ा हैरान आ, कहंदा कि मेरे कोल योधे बड़े तगड़े सी, ये कल्ला ही गया है, शेर नू मार के आ गया। कहंदा मंग की मंगदा है, तेनू सारा कुछ दे देंगा। अगो रोशन सिंह कल्ला नाम दा रोशन नहीं, दिमाग भी रोशन है। कल्ला नाम दा रोशन नहीं, दिमाग भी रोशन है। कहंदा बहादुर शाह तेरे कोल खानदानी तलवारीए सी, ओ गए हार के आ गए। एक घाट सी, ओ घाट ए सी, उन्हां कोल गुरु दी आसीस नहीं सी। मेरे कोल गुरु दी आसीस सी, मैं गुरु दी आसीस लैके गया, जित के आया। ते जिस गुरु दी आसीस लैके मैं शेर नू मार के आया, ਉਹ सारे खजानिਆਂ ਦਾ मालिका, मैनू तेरे अगे सिर झुकाउण दी लोड़ नहीं, जो कुछ लैना मैं अपने बापू कोलों लै लेना। साचे साहिबा क्या नाही, घर तेरा, घर ता तेरा सब कुछ है, जिस दे सो पावे एक बचन हो। गुरसिखो चेता रखियो, सतगुरां ने जे सानू होला महला दिता, शस्त्र विद्या दिती, ते यह शस्त्र दिता है नाल विचार दिती आ। विचार तो बिना शस्त्र नहीं है। एक निक्की जी गल है, आपां पुलिस वाले वीर नूं उन्हां कोल रिवाल्वर है, फौजी कोल रिवाल्वर है, डॉक्टर कोल हथियार है, आपां आप फड़ाउंदे आ। क्यों? पता है भी रखिया करनी है। ते जिहड़ा कोई उदां दा बंदा होवे, धाड़वी होवे, डाकू होवे, उहनूं थोड़ा फड़ाउंदे, पता भी इहने साडे उत्ते हमला कर देना। सतगुरां ने जिहड़ा शस्त्र दिता है ना, उहदे नाल विचार दिती है। विचार तो बिना शस्त्र नहीं है। जे विचार है तो सतगुर सच्चे पातशाह कहंदे फिर तैनूं पता होएगा तू मैदाने जंग दे विच किद्दां जूझना है। इतिहास सरवण करियो। सिखां दी सूरबीरता दा इक्को पक्ष रखना, बड़े पक्ष ने। मेरे सामने बड़ा कुछ आ रहा है, मैं एक पक्ष रखना। आ शाही टिब्बी भाई उदय सिंह शहीद हुंदे आ। प्रोफैसर प्यारा सिंह पद्म की किताब पढ़ो, पंजाब दियां वारां जां प्राचीन वारां, उहदे विच लिखिया गतकई सिंह वीर गतका खेडदे आ, जोर दिखांदे आ, ते किन्ना कुछ स्टैमिना हुंदा जी। आपां 5 मिनट 10 मिनट 2 तलवारां फड़ के लड़दे आ बस। इतिहास कहंदा है बहादरी देखो, साडे योधियां दी बहादरी देखो। 5.5 घंटे लगातार भाई उदय सिंह जूझते रहे। शाही टिब्बी 5.5 घंटे लगातार जूझते रहे। लगातार वो अपने नहीं सी अगे बई वार बचा के करनगे, पूरा जोर लाया है। 5.5 घंटे जड़े जूझते रहे। ये आ साडे गुरसिखां दी बहादरी। एक पक्ष होर सुन लो बहादरी दा, फिर आपां अगे सिक्ख्या ते आउणा, किरदार ते आउणा। होला महला है की है, इहदे चों सिक्ख्या की मिलदी आ। फर्खशीयर ने सिखां नूं कैद कीता है। गुरदास नंगल दी हवेली च सिख भुखे भी रहे काफ़ी टाइम। गिरफ्तार करके ले जाया गया, कई दिनां दे भुखे आ। फर्खशीयर दे मन दे विच आया इन्हां दी बहादरी, एक बारी चैक तां करां बहादरी है किन्नी कुआ कि नहीं है। पुछदा है तुहाडे विचों बाज सिंह कौन है? बाज सिंह, बाज सिंह दे हथ भी बन्ने आ, पैर भी बन्ने आ। कहंदा है मैं आ बाज सिंह। बहादरी जिहड़ी कलगीधर पातशाह ने बख्शिश कीती। कहंदा भी अज तू बहादरी दिखा। कहंदे इंदा एक हथ खोलो, इंदे पैर ना खोलियो, पैर बन्ने रहन दिओ, एक हथ खोल दो। सिपाही गया, सिपाही ने जाके एक हाथ खोलिया, दूजा जे खोलना सी,
ਬਾਜ ਸਿੰਘ ਨੇ ਬਾਜ ਵਾਂਗੂ ਝਪਟਾ ਮਾਰ ਕੇ ਉਹਦੀ ਕਿਰਪਾਨ ਖੋ ਕੇ ਅੱਖ ਝਮਕਦਿਆਂ ਹੀ 6 ਬੰਦੇ ਮਿੱਟੀ 'ਚ ਮਿਲਾ ਦਿੱਤੇ। ਅੱਖ ਝਮਕਦੇ ਹੀ ਫਰਖਸ਼ੀਅਰ ਆਪਣੇ ਸਿੰਘਾਸਨ ਤੋਂ ਉੱਠ ਕੇ ਦਰਵਾਜ਼ੇ ਤੱਕ ਪਹੁੰਚ ਗਿਆ। ਉਹ ਕਹਿੰਦਾ ਪਤਾ ਲੱਗ ਗਿਆ ਜਿਸ ਗੁਰੂ ਦੇ ਸਿੱਖ ਇੰਨੇ ਬਹਾਦਰ ਨੇ, ਮੈਂ ਭਾਵੇਂ 7 ਜਨਮ ਲੈ ਲਵਾਂ ਮੈਂ ਨਹੀਂ ਇਹਨਾਂ ਨੂੰ ਹਰਾ ਸਕਦਾ। ਇਹ ਆ ਸਾਡੀ ਬਹਾਦਰੀ। ਇੱਕ ਹੋਰ ਬਹਾਦਰੀ ਦਾ ਪੱਖ ਸੱਚੇ ਪਾਤਸ਼ਾਹ ਦੇਖੋ, ਇਹ ਹਿੰਦੁਸਤਾਨ ਦੀ ਮੈਂ ਗੱਲ ਕਰਨ ਲੱਗਾ। ਸਾਡਾ ਦੇਸ਼ ਕਦੇ ਸ਼ੱਕਾਂ ਦਾ ਗੁਲਾਮ ਰਿਹਾ, ਕਦੇ ਹੁਨਾਂ ਦਾ, ਕਦੇ ਗੌਰੀਆਂ ਦਾ, ਕਦੇ ਗਜ਼ਨਵੀਆਂ ਦਾ, ਕਦੇ ਖਿਲਜੀਆਂ ਦਾ, ਕਦੇ ਤੁਗਲਕਾਂ ਦਾ, ਕਦੇ ਮੁਗਲਾਂ ਦਾ, ਕਦੇ ਪੁਰਤਗਾਜ਼ਾਂ ਦਾ, ਕਿਧਰੇ ਅੰਗਰੇਜ਼ਾਂ ਦਾ। ਆ ਇੱਕ ਬਚਨ ਆਪਾਂ ਪੜ੍ਹਦੇ ਹਾਂ, ਸਤਿਗੁਰਾਂ ਨੇ ਆ ਕੇ ਕਿਰਪਾਨ ਫੜਾਈ ਤੇ ਕਹਿੰਦੇ ਸੀ, ਹਮ ਤੋਂ ਤੋਲਣ ਜਾਣੇ ਤਕੜੀ, ਨੰਗੀ ਕਰਦ ਕਬੂ ਨੇ ਪਕੜੀ, ਚਿੜੀ ਉਡੇ ਤੋਂ ਹਮ ਡਰ ਜਾਏ, ਮੁਗਲੋਂ ਸੇ ਕੈਸੇ ਲੜ ਪਾਏ। ਅਸੀਂ ਕਿੱਦਾਂ ਜੂਝਾਂਗੇ, ਅਸੀਂ ਕਿਵੇਂ ਲੜਾਂਗੇ? ਸਤਿਗੁਰੂ ਸਾਨੂੰ ਤਾਂ ਲੜਨਾ ਹੀ ਨਹੀਂ ਆਉਂਦਾ। ਪਰ ਜਦੋਂ ਗੁਰੂ ਨੇ ਕਿਰਪਾ ਕੀਤੀ, ਇੱਕ ਇਤਿਹਾਸ ਦਾ ਹੋਰ ਪੱਖ ਸੁਣਿਓ, ਬੜਾ ਕਮਾਲ ਦਾ। ਰਾਜਪੂਤਾਂ ਦਾ ਬੱਚਾ 7-8 ਸਾਲ ਦੀ ਉਮਰ 'ਚ ਘਰੋਂ ਸ਼ਿਕਾਰ ਕਰਨ ਨਿਕਲਿਆ, ਇੱਕ ਹਿਰਨੀ ਦਾ ਸ਼ਿਕਾਰ ਕਰਤਾ। ਜਦੋਂ ਬੱਚੇ ਤੜਫਦੇ ਦੇਖੇ, ਮਨ ਦੇ ਉੱਤੇ ਪਤਾ ਨਹੀਂ ਕੀ ਆਇਆ, ਬੈਰਾਗੀ ਬਣ ਗਿਆ। ਮਾਰੋਦਾਸ ਬੈਰਾਗੀ, ਲక్ష్మణ ਦਾਸ ਮਾਰੋਦਾਸ ਬੈਰਾਗੀ। ਹੁਣ ਕਦੇ ਕਿੰਦੀ ਸ਼ਰਨ 'ਚ, ਕਦੇ ਕਿੰਦੀ ਸ਼ਰਨ 'ਚ, ਕਦੇ ਕਿੰਦੀ ਸ਼ਰਨ 'ਚ। ਚੇਤਾ ਰੱਖਣਾ, ਜੇ ਸੱਚੇ ਗੁਰੂ ਦੀ ਸ਼ਰਨ 'ਚ ਨਹੀਂ ਆਏ ਤੇ ਬੰਦਾ ਕਦੇ ਬਹਾਦਰ ਨਹੀਂ ਬਣੇਗਾ। ਇੱਕ ਪੱਖ ਇਹਦੇ 'ਚੋਂ ਕੱਢ ਕੇ ਇੱਕ ਸਾਖੀ ਹੋਰ ਲਾਵਾਂ, ਫਿਰ ਇਹ ਗੱਲ ਕੰਪਲੀਟ ਕਰਾਂਗਾ। ਇੱਕ ਵਾਰੀ ਨਾ ਸਾਧਾਂ ਦਾ ਇੱਕ ਉਹ ਸਮੂਹ ਸੀ, ਕਹਿ ਲੋ, ਜਿਹੜੇ ਕੇਵਲ ਤੇ ਕੇਵਲ ਲੋਕਾਂ ਨੂੰ ਵਿਖਾਵਾ ਕਰਦੇ ਸੀ। ਉਹਨਾਂ ਦੇ ਵਿੱਚ ਜਾ ਕੇ ਇੱਕ ਬੰਦਾ ਰਲ ਗਿਆ, ਬਹਾਦਰ ਯੋਧਾ ਹੁੰਦਾ ਸੀ। ਉਹਦੇ ਦੋਹੇ ਵੀ ਆਉਂਦੇ ਆ ਜਿਹੜੇ ਆਪਾਂ ਪੜ੍ਹਦੇ ਆ, ਇਕਨਾ ਦੇ ਕਰ ਪੁੱਤ, ਪੁੱਤਾਂ ਕਰ ਪੋਤਰੇ, ਇਕਨਾ ਦੇ ਕਰ ਧੀਆਂ, ਧੀਆਂ ਕਰ ਦੋਤਰੇ, ਇਕਨਾ ਦੇ ਕਰ ਇੱਕ ਜੇ ਉਹ ਵੀ ਜਾਵੇ ਮਰ ਵਜੀਦਾ, ਕੌਣ ਸਾਹਿਬ ਨੂੰ ਆਖੇ ਆਉਣੀ ਇੰਜ ਕਰ ਵਜੀਦ ਖਾਨ। ਇਹ ਵਜੀਦ ਬੜਾ ਬਹਾਦਰ। ਸਮਾਂ ਪਿਆ ਜੀ, ਉਹਨੂੰ ਲੁੱਟ ਲਿਆ, ਉਹਨਾਂ 'ਚ ਜਾ ਕੇ ਰਲ ਗਿਆ। ਜਦੋਂ ਉਹਨਾਂ ਨੂੰ ਸਿਪਾਹੀਆਂ ਨੇ ਆ ਕੇ ਦੇਖਿਆ, ਕਹਿਣ ਲੱਗੇ, ਜਦੋਂ ਪੁੱਛਦੇ ਪਏ ਨਾ ਵੀ ਤੁਹਾਡੇ ਨਾਲ ਹੋਇਆ ਕੀ, ਤੇ ਇਹਨੂੰ ਪਛਾਣ ਲਿਆ। ਕਹਿੰਦੇ ਜੇ ਅਸੀਂ ਗਲਤ ਨਹੀਂ, ਤੂੰ ਵਜੀਦ ਖਾਨ ਹੀ ਹੈ ਨਾ? ਕਹਿੰਦਾ ਹਾਂ। ਤੇ ਕਹਿੰਦੇ ਕਮਾਲ ਹੋ ਗਈ, ਤੂੰ ਐਡਾ ਵੱਡਾ ਬਹਾਦਰ ਯੋਧਾ ਸੀ ਤੇ ਤੇਰਾ ਨਾਂ ਸੁਣ ਕੇ ਲੋਕੀ ਥਰ-ਥਰ ਕੰਬਦੇ ਸੀ, ਅੱਜ ਤੇਰੇ ਟੋਲੇ ਨੂੰ ਹੀ ਆ ਕੇ ਲੁੱਟ ਲਿਆ। ਉਹਨੇ ਇੱਕ ਗੱਲ ਕਹੀ, ਉਹ ਕਹਿੰਦਾ ਜਿੰਨਾ ਚਿਰ ਤਾਂ ਮੈਂ ਆਪਣੇ ਪਠਾਣਾ ਨਾਲ ਸੀ, ਮੈਂ ਦਲਾਂ ਦੇ ਦਲ ਮੋੜ ਦਿੰਦਾ ਸੀ, ਪਰ ਜਦੋਂ ਇਹਨਾਂ ਦੀ ਸ਼ਰਨ ਦੇ ਵਿੱਚ ਆ ਕੇ ਪੈ ਗਿਆ ਤੇ ਮੈਂ ਤਿਨਕਾ ਵੀ ਨਹੀਂ ਤੋੜ ਸਕਿਆ। ਸ਼ਰਨ ਪਰੇ ਰਘੁਨਾਥ ਕੀ, ਸਕੇ ਨਾ ਤਿਨਕਾ ਤੋੜ। ਇਹ ਆ ਗੁਰੂ ਦੀ ਸ਼ਰਨ 'ਚ ਨਹੀਂ, ਤੇ ਜਿਹੜਾ ਸੱਚੇ ਗੁਰੂ ਦੀ ਸ਼ਰਨ 'ਚ ਆਉਂਦਾ, ਦੇਖੋ ਜੀਵਨ ਕਿੱਦਾਂ ਬਦਲਿਆ। ਮਾਧੋ ਦਾਸ ਹਜੂਰ ਸਾਹਿਬ ਦੀ ਧਰਤੀ, ਕਲਗੀਧਰ ਪਾਤਸ਼ਾਹ ਜਾ ਕੇ ਪਲੰਗ ਤੇ ਬਹਿ ਗਏ। ਇਹ ਬਾਹਰੋਂ ਆਇਆ ਏ ਤੇ ਆ ਕੇ ਪੁੱਛਦਾ ਏ, ਕਮਾਲ ਦੀ ਗੱਲ ਇਹ ਆ, ਪੁੱਛਦਾ ਇਹ ਪਿਆ ਵੀ ਤੁਸੀਂ ਕੌਣ ਹੋ? ਹੁਣ ਜਿਹੜਾ ਬਾਹਰੋਂ ਆਵੇ ਪੁੱਛਣਾ, ਆਪਣੇ ਘਰ 'ਚ ਕੋਈ ਆਵੇ ਤੇ ਆਪਾਂ ਪੁੱਛਾਂਗੇ ਵੀ ਤੁਸੀਂ ਕੌਣ ਹੋ। ਜਿਹੜਾ ਬਾਹਰ ਵਾਲਾ ਉਹ ਆ ਕੇ ਪੁੱਛਦਾ ਵੀ ਤੁਸੀਂ ਕੌਣ ਹੋ। ਇਹਨੂੰ ਉੱਥੇ ਸਮਝ ਲੱਗੀ। ਕਹਿੰਦਾ ਸਤਿਗੁਰੂ। ਸਤਿਗੁਰੂ ਕਹਿੰਦੇ ਤੂੰ ਕੌਣ ਹੈ? ਅੰਦਰ ਪਤਾ ਲੱਗ ਗਿਆ ਵੀ ਸੱਚੀ ਗੁਰੂ ਆ ਗਿਆ। ਕਹਿੰਦਾ ਸਤਿਗੁਰੂ ਮੈਂ ਤੁਹਾਡਾ ਬੰਦਾ। 24 ਸਾਲ ਪਹਿਲਾਂ ਬੈਰਾਗੀ ਬਣ ਗਿਆ ਸੀ ਹਿਰਨੀ ਦੇ ਬੱਚੇ ਦੇਖ ਕੇ। ਜਦੋਂ ਕਲਗੀਧਰ ਨੇ ਇਤਿਹਾਸ ਦੱਸਿਆ ਚਮਕੌਰ ਦੀ ਗੜੀ, ਕਲਗੀਧਰ ਨੇ ਇਤਿਹਾਸ ਦੱਸਿਆ ਸਰਹੰਦ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ ਸਾਕੇ ਸੁਣਾਇਆ। ਤੇ ਜਿੱਦਾਂ ਗੁਰਬਾਣੀ ਦੇ ਵਿੱਚ ਬਚਨ ਆਉਂਦਾ ਹੈ, ਹਾਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆਂ ਦਈ ਬੈਠਾ ਵੇਖੈ ਆਪ ਜੀਓ। ਐਦਾਂ ਦਾ ਰੰਗ ਚੜਿਆ। ਕਹਿੰਦਾ ਬਾਪੂ ਅੱਜ ਤੋਂ 24 ਸਾਲ ਪਹਿਲਾਂ ਤੀਰ ਛੱਡ ਕੇ ਆ ਗਿਆ ਸੀ, ਅੱਜ ਕਿਰਪਾ ਕਰ ਤੂੰ ਤੀਰ ਬਖਸ਼, ਤੇ ਜਿਹੜਾ ਦੁਨੀਆ ਦੇ ਉੱਤੇ ਜ਼ੁਲਮ ਹੋ ਰਿਹਾ ਹੈ ਮੈਂ ਜ਼ੁਲਮ ਦਾ ਖਾਤਮਾ ਕਰਾਂ। ਤੀਰ ਲੈ ਕੇ ਆਇਆ ਔਰ ਐਦਾਂ ਦਾ ਯੋਧਾ। ਚੇਤਾ ਰੱਖਿਓ, ਇਹਨੇ ਸਮਾਣਾ ਜਿੱਤਿਆ, ਇਹਨੇ ਸਢੌਰਾ ਜਿੱਤਿਆ, ਇਹਨੇ ਸਰਹੰਦ ਜਿੱਤੀ। ਪਰ ਕਮਾਲ ਦੀ ਗੱਲ ਇਹ ਆ ਵੀ ਇੱਕ ਵੀ ਇਲਾਕੇ ਦੇ ਉੱਤੇ ਆਪਣਾ ਨਾਮ ਨਹੀਂ ਲਿਖਵਾਇਆ। ਇਹ ਆ ਮਜੀਠ ਦਾ ਰੰਗ। ਇੱਕ ਵੀ ਇਲਾਕੇ ਦੇ ਉੱਤੇ ਆਪਣਾ ਨਾਮ ਨਹੀਂ ਲਿਖਵਾਇਆ। ਇਹਨੇ ਸਿੱਕਾ ਚਲਾਇਆ ਤੇ ਸਿੱਕੇ ਦੇ ਉੱਤੇ ਆਪਣਾ ਨਾਂ ਨਹੀਂ,
ਜਦੋਂ ਸਿੱਕਾ ਚਲਾਇਆ ਤੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਨਾਂ ਦਾ ਤੇ ਕਲਗੀਧਰ ਪਾਤਸ਼ਾਹ ਦੇ ਨਾਂ ਦਾ ਇਹਨੇ ਮੋਹਰ ਚਲਾਈ ਤੇ ਮੋਹਰ ਦੇ ਉੱਤੇ ਵੀ ਗੁਰੂ ਨਾਨਕ ਦੇ ਪਾਤਸ਼ਾਹ ਦੇ ਨਾਂ ਦੀ। ਤੇ ਕਮਾਲ ਦੀ ਗੱਲ ਏ 46 ਸਾਲ ਉਮਰ ਏ, ਬਾਕੀ ਜੀਵਨ ਛੱਡ ਦਿਓ, ਅਖੀਰਲੇ 8 ਸਾਲ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਦੇ, ਜਿਹਨੂੰ ਮਜੀਠ ਦਾ ਰੰਗ ਚੜਿਆ ਏ ਤੇ ਐਦਾਂ ਦਾ ਰੰਗ ਚੜਿਆ। ਜਦੋਂ ਗ੍ਰਿਫਤਾਰ ਕੀਤਾ ਬੱਚਾ ਕੁੱਖ ਦੇ ਵਿੱਚ ਤੇ ਹਾਕਮ ਕਹਿੰਦਾ ਏ ਆਪਣੇ ਪੁੱਤ ਨੂੰ ਜ਼ਿਬਾ ਕਰ, ਆਪਣੇ ਪੁੱਤ ਨੂੰ ਜ਼ਿਬਾ ਕਰ ਬੰਦਾ ਸਿੰਘ। ਤੇ ਬੰਦਾ ਸਿੰਘ ਕਹਿੰਦਾ ਇਹ ਤਾਂ ਮੇਰਾ ਪੋਤਾ, ਬਾਦਸ਼ਾਹ ਜੇ ਤੇਰਾ ਪੁੱਤ ਹੋਵੇ, ਤੇਰੀ ਥਾਂ ਤੇ ਰਾਜਾ ਕੋਈ ਹੋਰ ਹੋਵੇ, ਉਹ ਕਵੇ ਇਹਨੂੰ ਜ਼ਿਬਾ ਕਰ ਦੇ ਤੈਨੂੰ ਛੱਡ ਦਿਆਂਗਾ, ਮੈਂ ਤਾਂ ਵੀ ਨਹੀਂ ਕਰਾਂਗਾ, ਇਹ ਤਾਂ ਮੇਰਾ ਪੋਤਾ। ਕਿਉਂਕਿ ਮੇਰੇ ਬਾਪੂ ਨੇ ਜਦੋਂ ਮੈਨੂੰ ਅੰਮ੍ਰਿਤ ਛਕਾਇਆ 2 ਗੱਲਾਂ ਕਹੀਆਂ, ਮਾਸੂਮ ਦੇ ਉੱਤੇ ਕਦੇ ਵਾਰ ਨਹੀਂ ਕਰਨਾ, ਮਜ਼ਲੂਮ ਦੇ ਉੱਤੇ ਕਦੇ ਵਾਰ ਨਹੀਂ ਕਰਨਾ, ਮੈਂ ਵਾਰ ਨਹੀਂ ਕਰਾਂਗਾ। ਇਹਦੇ ਸਾਹਮਣੇ ਇਹਦੇ ਬੱਚੇ ਦੀ ਛਾਤੀ ਪਾੜੀ ਗਈ, ਜਿਹੜਾ ਬਚਪਨ 'ਚ ਦੇਖ ਕੇ ਬੈਰਾਗੀ ਬਣ ਗਿਆ ਸੀ, ਬੱਚੇ ਦੀ ਛਾਤੀ ਪਾੜੀ ਗਈ। ਬੱਚੇ ਦੇ ਮੂੰਹ 'ਚੋਂ ਕਾਲਜਾ ਕੱਢ ਕੇ ਬਾਪੂ, ਬੱਚੇ ਦੇ ਛਾਤੀ 'ਚੋਂ ਕਾਲਜਾ ਕੱਢ ਕੇ ਦੇਖਿਓ ਰੰਗ ਕਿਹੜਾ ਚੜਦਾ ਗੁਰੂ ਦੇ ਸਿੱਖ ਨੂੰ। ਆ ਦੁਨਿਆਵੀ ਰੰਗਾਂ 'ਚ ਨਾ ਖਚਤ ਹੋ ਜਿਓ। ਅੱਜ ਬੱਚੇ ਦੀ ਛਾਤੀ ਪਾੜੀ, ਕਾਲਜਾ ਕੱਢਿਆ, ਉਹ ਪਿਤਾ ਦੇ ਮੂੰਹ ਦੇ ਵਿੱਚ ਪਾਇਆ ਤਾਂ ਜੋ ਡੋਲ ਜਾਵੇ। ਅੱਖਾਂ ਬੰਦ ਕਰ ਲੀਆਂ, ਦਾੜਾ ਸਾਰਾ ਲਾਲ ਹੋ ਗਿਆ, ਅੱਖਾਂ ਬੰਦ ਕਰ ਲੀਆਂ। ਹਾਕਮ ਕਹਿੰਦਾ ਹੁਣ ਕੀ ਹੋ ਗਿਆ, ਹੁਣ ਸਿਰ ਝੁਕਾ ਲਿਆ? ਕਹਿੰਦਾ ਨਹੀਂ, ਮੈਂ ਇਸ ਕਰਕੇ ਸਿਰ ਨਹੀਂ ਝੁਕਾਇਆ ਕਿ ਮੇਰਾ ਪੁੱਤ ਸ਼ਹੀਦ ਹੋ ਗਿਆ ਏ, ਮੇਰੇ ਸਿਰ ਉੱਤੇ ਕਰਜ਼ਾ ਸੀ, ਬਾਪੂ ਨੇ 4 ਵਾਰੇ ਸੀ, ਮੈਨੂੰ ਖੰਡੇ ਬਾਟੇ ਦੀ ਦਾਤ ਦਿੱਤੀ ਸੀ, ਮੇਰੇ ਸਿਰ ਉੱਤੇ ਕਰਜ਼ਾ ਸੀ, ਮੇਰੇ ਕੋਲ 1 ਸੀ, ਮੈਂ ਉਹ ਵਾਰ ਦਿੱਤਾ ਏ। ਮੈਂ ਤਾਂ ਅੱਖਾਂ ਬੰਦ ਕਰਕੇ ਬਾਪੂ ਦਾ ਸ਼ੁਕਰਾਨਾ ਕਰਦਾ ਪਿਆ। ਉਹ ਗੁਰਸਿੱਖੋ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ, ਮੈਲਾ ਕਦੇ ਨਾ ਹੋਵੀ ਨਹਿ ਲਾਗੇ ਦਾਗਾ। ਐਦਾਂ ਦਾ ਰੰਗ ਆਪਣੀ ਜ਼ਿੰਦਗੀ ਦੇ ਵਿੱਚ ਲਗਾ ਕੇ ਜਾਈਏ, ਜਿਹੜਾ ਰੰਗ ਕਦੇ ਵੀ ਉਤਰੇ ਨਾ। ਅਖੀਰ 'ਚ ਇੱਕ ਇਤਿਹਾਸ ਦਾ ਪੱਖ ਲਾ ਕੇ ਤੇ ਮੈਂ ਸਮਾਪਤੀ ਵੱਲ ਆਵਾਂ। ਗੁਰਸਿੱਖੋ, ਜਦੋਂ ਗੁਰੂ ਦੀ ਸ਼ਰਨ ਵੱਲ ਆਈਏ ਤੇ ਕਿੱਦਾਂ ਗੁਰੂ ਦੇ ਸਿੱਖ ਆਪਣਾ ਆਪ ਕੁਰਬਾਨ ਕਰਦੇ, ਜਿਨ੍ਹਾਂ ਨੂੰ ਮਜੀਠ ਦਾ ਰੰਗ ਚੜ ਜਾਂਦਾ, ਗੁਰੂ ਦੇ ਲਈ ਆਪਣਾ ਆਪ ਕੁਰਬਾਨ ਕਰ ਦਿੰਦੇ। ਧਿਆਨ ਨਾਲ ਸੁਣਿਓ ਬਈ ਆਪਾਂ ਗੁਰੂ ਦੇ ਲਈ ਕੀ ਕੁਝ ਕਰ ਸਕਦੇ ਹਾਂ, ਗੁਰੂ ਲਈ ਕਿੰਨਾ ਕੁਝ ਕੁਰਬਾਨ ਕਰ ਸਕਦੇ ਆ ਜੀ, ਕਿਸ ਚੀਜ਼ੇ ਨਾਲ। ਹਾਂ, ਜੇ ਆਪਾਂ ਸ਼ਸਤਰ ਭੁੱਲ ਗਏ ਨਾ, ਚੇਤਾ ਰੱਖਿਓ, ਤੇ ਅਸੀਂ ਖਤਮ ਹੋ ਜਾਵਾਂਗੇ। ਜੇ ਅਸੀਂ ਸ਼ਸਤਰ ਭੁੱਲ ਗਏ, ਅਸੀਂ ਗੁਰੂ ਤੋਂ ਕੋਹਾਂ ਦੂਰ ਚਲੇ ਜਾਵਾਂਗੇ। ਰੋਹੇਲ ਖਾਨ ਨੇ ਇੱਕ ਵਾਰੀ ਤੈਮੂਰ ਖਾਨਦਾਨ ਨੂੰ ਜਦੋਂ ਕਾਬੂ 'ਚ ਕਰ ਲਿਆ ਨਾ, ਤੇ ਉਹਨਾਂ ਦੀਆਂ ਬਹੁ ਬੇਟੀਆਂ ਨੂੰ ਕਾਬੂ 'ਚ ਕਰ ਲਿਆ। ਬਹੁ ਬੇਟੀਆਂ ਨੂੰ ਕਾਬੂ ਕਰਕੇ ਤੇ ਇੱਕ ਦਿਨ ਕੀ ਕੀਤਾ, ਉਹਨੇ ਪਾਣੀ ਦੇ ਵਿੱਚ ਰੰਗ ਮਿਲਾ ਕੇ ਪੀਣਾ ਸ਼ੁਰੂ ਕਰਤਾ ਤੇ ਉਹਨਾਂ ਨੂੰ ਕਹਿ ਦਿੱਤਾ ਨੱਚੋ ਮੇਰੇ ਸਾਹਮਣੇ, ਮੇਰੇ ਸਾਹਮਣੇ ਆ ਕੇ ਨੱਚੋ। ਤੇ ਉਹਨਾਂ ਨੇ ਨੱਚਣਾ ਸ਼ੁਰੂ ਕਰਤਾ, 20 ਮਿੰਟ 30 ਮਿੰਟ ਜੀ ਨੱਚਣਾ ਸ਼ੁਰੂ ਕਰ ਦਿੱਤਾ। ਰੋਹੇਲ ਖਾਨ ਨੇ ਇੱਕ ਨਾਟਕ ਕੀਤਾ ਸੀ, ਕੋਲ ਖੰਜਰ ਰੱਖ ਦਿੱਤਾ ਤੇ ਨਾਲ ਉਹਨਾਂ ਦੇ ਘਰ ਵਾਲੇ, ਉਹਨਾਂ ਦੇ ਭਰਾ ਖੜੇ ਨੇ ਤੇ ਖੰਜਰ ਰੱਖ ਕੇ ਸੌਣ ਦਾ ਨਾਟਕ ਕੀਤਾ। ਤੇ ਨਾਟਕ ਕਰਕੇ ਦੇਖਦਾ ਪਿਆ ਏ ਬਈ ਕਿੰਨਾ ਕੁ ਸਮਾਂ ਏ। ਉਹਨਾਂ ਨੇ ਨੱਚਣਾ ਸ਼ੁਰੂ ਕਰ ਦਿੱਤਾ। 20-25 ਮਿੰਟ ਟੱਪ ਗਏ। 20-25 ਮਿੰਟ ਟੱਪਣ ਤੋਂ ਬਾਅਦ ਉੱਠਿਆ ਏ, ਉੱਠ ਕੇ ਤਾੜੀ ਮਾਰ ਕੇ ਹੱਸਣ ਲੱਗ ਪਿਆ। ਤੇ ਇਹਦੇ ਸਿਪਾਹੀ ਕਹਿੰਦੇ ਕੀ ਹੋਇਆ, ਹੱਸਦਾ ਕਿਉਂ ਪਿਆ ਏ? ਕਹਿੰਦਾ ਸੱਚੀ ਗੱਲ ਏ, ਜਿਨ੍ਹਾਂ ਨੂੰ ਅੱਜ ਮੈਂ ਗੁਲਾਮ ਬਣਾ ਲਿਆ, ਇਹਨਾਂ 'ਚ ਹੁਣ ਇੰਨੀ ਕੁ ਗੁਲਾਮੀ ਭਰੀ ਗਈ, ਇਹ ਕਦੇ ਵੀ ਆਜ਼ਾਦੀ ਦੀ ਗੱਲ ਨਹੀਂ ਕਰਨਗੇ। ਉਹ ਕਹਿੰਦਾ ਕੀ ਹੋਇਆ, ਇਹ ਗੱਲ ਕਿਉਂ ਕਹਿ ਰਹੇ ਹੋ? ਕਹਿੰਦਾ ਮੈਂ ਤਾਂ ਨਾਟਕ ਕਰ ਰਿਹਾ ਸੀ, ਇਹਨਾਂ ਦੀਆਂ ਧੀਆਂ ਭੈਣਾਂ ਨੂੰ ਨਚਾ ਰਿਹਾ ਸੀ, ਭਰਾ ਕੋਲ ਖੜੇ ਨੇ, ਸ਼ਸਤਰ ਕੋਲ ਪਿਆ ਸੀ, ਮੈਂ ਇਕੱਲਾ, ਆਸੇ ਪਾਸੇ ਮੇਰੇ ਸੁਰੱਖਿਆ ਕਰਮੀ ਨਹੀਂ ਹੈਗੇ। ਜੇ ਇਹਨਾਂ 'ਚ ਭੋਰਾ ਵੀ ਅਣਖ ਹੁੰਦੀ ਤੇ ਮੇਰੇ ਉੱਤੇ ਵਾਰ ਕਰ ਲੈਂਦੇ, ਆਪਣਾ ਬਚਾ ਲੈਂਦੇ। ਇਹਨਾਂ 'ਚੋਂ ਅਣਖ ਖਤਮ ਹੋ ਗਈ। ਗੁਰਸਿੱਖੋ, ਚੇਤਾ ਰੱਖਿਓ, ਬਾਪੂ ਨੇ ਸਾਨੂੰ ਅਣਖ ਦਿੱਤੀ ਹੈ ਹੋਲੇ ਮਹੱਲੇ ਤੋਂ, ਇਹ ਅਣਖ ਖਤਮ ਨਾ ਕਰ ਲਈਏ। ਅਰਦਾਸ ਕਰੋ, ਬਾਹ ਕਲਗੀਧਰ ਨੂੰ ਫੜਾਓ। ਆਸੇ ਪਾਸੇ ਬਾਹ ਫੜਾਉਣ ਦੀ ਲੋੜ ਨਹੀਂ, ਜੇ ਆਸੇ ਪਾਸੇ ਫੜਾਵਾਂਗੇ ਡੁੱਬ ਜਾਵਾਂਗੇ। ਇੱਕ ਨਿੱਕਾ ਜਿਹਾ ਪੱਖ ਕਹਿ ਕੇ ਸਮਾਪਤੀ ਕਰਾਂ। ਇਤਿਹਾਸ ਦਾ ਪੱਖ ਆ,
ਆਨੰਦਪੁਰ ਸਾਹਿਬ ਦੀ ਸਿੱਖਿਆ ਹੈ। ਭਾਈ ਨੰਦ ਲਾਲ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਜੀਵਨ ਦੀ ਬੜੀਆਂ ਪਿਆਰੀਆਂ ਘਟਨਾਵਾਂ ਹੈ। ਆਹ ਘਟਨਾ ਸੁਣ ਕੇ ਜਾਇਓ। ਸਤਿਗੁਰੂ ਸਤਲੁਜ ਦੇ ਕੰਢੇ ਤੇ ਤੁਰ ਰਹੇ ਨੇ। ਕੌਤਕ ਇੱਕ, ਸਤਿਗੁਰੂ ਗੱਲਾਂ ਬਾਤਾਂ ਕਰਦੇ ਪਏ ਨੇ। ਕੋਲ ਜਾ ਕੇ ਇੱਕ ਪੱਥਰ ਚੁੱਕਿਆ, ਥੋੜਾ ਜਿਹਾ ਅੱਗੇ ਜਾ ਕੇ ਪਾਣੀ 'ਚ ਸੁੱਟ ਦਿੱਤਾ। ਇੱਕ ਸਿੱਖ ਨੂੰ ਪੁੱਛਿਆ, ਸਿੱਖਾ ਪੱਥਰ ਪਾਣੀ 'ਚ ਕਿਉਂ ਡੁੱਬਾ? ਉਹ ਕਹਿੰਦਾ ਸਤਿਗੁਰੂ ਭਾਰਾ ਤਾਂ ਡੁੱਬਾ। ਸੰਤੁਸ਼ਟੀ ਨਹੀਂ ਹੋਈ। ਅੱਗੇ ਜਾ ਕੇ ਪੱਥਰ ਫੇਰ ਚੁੱਕਿਆ, ਪਾਣੀ 'ਚ ਸੁੱਟਤਾ। ਦੂਜੇ ਨੂੰ ਸਵਾਲ ਕੀਤਾ, ਪੱਥਰ ਪਾਣੀ 'ਚ ਕਿਉਂ ਡੁੱਬਾ? ਉਹ ਕਹਿੰਦਾ ਸਤਿਗੁਰੂ ਭਾਰੀ ਚੀਜ਼ ਡੁੱਬ ਜਾਂਦੀ ਤਾਂ ਡੁੱਬਾ। ਦੂਜੀ ਵਾਰੀ ਵੀ ਨਹੀਂ ਸੰਤੁਸ਼ਟੀ ਹੋਈ। ਤੀਜੀ ਵਾਰੀ, ਚੌਥੀ ਵਾਰੀ ਇਹ ਕੌਤਕ ਕੀਤਾ, ਗੱਲ ਬਣੀ ਨਹੀਂ। ਅਖੀਰ ਦੇ ਵਿੱਚ ਫੇਰ ਪੱਥਰ ਸੁੱਟਿਆ। ਸਵਾਲ ਕੀਤਾ ਭਾਈ ਨੰਦ ਲਾਲ ਸਾਹਿਬ ਨੂੰ, ਨੰਦ ਲਾਲ ਪੱਥਰ ਪਾਣੀ 'ਚ ਕਿਉਂ ਡੁੱਬਾ? ਨੰਦ ਲਾਲ ਨੇ ਹੱਥ ਜੋੜ ਦਿੱਤੇ, ਅੱਖਾਂ ਬੰਦ ਹੋ ਗਈਆਂ। ਨੰਦ ਲਾਲ ਕਹਿੰਦਾ ਸਤਿਗੁਰੂ ਤੁਹਾਡੀਆਂ ਰਮਜਾਂ ਤੁਸੀਂ ਜਾਣੋ, ਮੈਨੂੰ ਤਾਂ ਇੰਨੀ ਕੁ ਸਮਝ ਲੱਗੀ ਜਿਹੜਾ ਤੁਹਾਡੇ ਹੱਥੋਂ ਛੁੱਟ ਗਿਆ ਉਹ ਅੱਜ ਵੀ ਡੁੱਬਾ ਤੇ ਕੱਲ ਵੀ ਡੁੱਬਾ। ਬਸ ਇੰਨੀ ਕੁ ਗੱਲ ਚੇਤਾ ਰੱਖਿਓ। ਇਹ ਤਾਂ ਬਾਪੂ ਇਦਾਂ ਦਾ ਏ, ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਂਹ ਨਾ ਛੋੜੀਏ। ਗੁਰ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ। ਬਾਂਹ ਇਦਾਂ ਦੀ ਫੜੀ, ਬਾਪੂ ਨੇ ਸੀਸ ਦਿੱਲੀ ਦੇ ਦਿੱਤਾ ਜਾ ਕੇ। ਸਤਿਗੁਰੂ ਤਾਂ ਸਭ ਕੁਝ ਭੇਟਾ ਕੁਰਬਾਨ ਕਰ ਦਿੰਦੇ ਆ। ਇੱਕ ਵਾਰੀ ਬਾਂਹ ਬਾਪੂ ਨੂੰ ਫੜਾਓ। ਅੱਜ ਆਇਆ ਹੋਲੇ ਮਹੱਲੇ ਤੇ ਇੰਨੀ ਸੰਗਤ ਇੰਨੇ ਲੱਖਾਂ ਚ ਆਉਂਦੇ ਆ। ਇੱਕੋ ਬੇਨਤੀ ਕਰਾਂਗਾ, ਪੀਵੋ ਪੌਹਲ ਖੰਡ ਧਾਰ ਹੋਏ ਜਨਮ ਸੁਹੇਲਾ। ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਆਇਓ। ਇਹ ਸਮਾਂ ਪਤਾ ਨਹੀਂ ਦੁਬਾਰਾ, ਪਤਾ ਨਹੀਂ ਜਿਹੜੇ ਪਹਿਲਾਂ ਆਏ ਸੀ ਹੋਲੇ ਮਹੱਲੇ ਤੇ ਉਹ ਸ਼ਾਇਦ ਚੜ੍ਹਾਈ ਕਰ ਗਏ ਹੋਣ। ਸਮਾਂ ਪਤਾ ਨਹੀਂ ਮਿਲਿਆ ਕਿ ਨਹੀਂ ਮਿਲਿਆ। ਕਈ ਵਿਚਾਰੇ ਸੱਦਾ ਆ ਗਿਆ ਹੋਵੇ। ਸਮਾਂ ਨਾ ਗਵਾਓ, ਸਤਿਗੁਰੂ ਦੀ ਹਜ਼ੂਰੀ 'ਚ ਆਓ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਆ ਕੇ ਖੰਡੇ ਬਾਟੇ ਦੀ ਪੌਹਲ ਛਕ ਕੇ ਗੁਰੂ ਦੇ ਸਿੱਖ ਬਣ ਕੇ ਇਸ ਧਰਤੀ ਤੋਂ ਜਾਈਏ। ਸੱਚੇ ਪਾਤਸ਼ਾਹ ਕਿਰਪਾ ਕਰਨ। ਆਪ ਰੱਬ ਵਰਗੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਕੋਟਾਨ ਕੋਟ ਸ਼ੁਕਰ ਸ਼ੁਕਰਾਨਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਿੱਖ ਕਮਿਸ਼ਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ। ਮਾਨਯੋਗ ਸਿੰਘ ਸਾਹਿਬ, ਗਿਆਨੀ ਰਘਬੀਰ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਮੀਤ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਅਮਰਜੀਤ ਸਿੰਘ ਜੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੇ ਸੱਜਣਾਂ ਦਾ, ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਨਾਲ ਸਾਂਝ ਪਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।